ਸੁਪਰ ਵੀਜ਼ਾ ਜਦੋਂ ਜੇਸਨ ਕੈਨੀ ਹੋਰੀ ਇਮੀਗ੍ਰੇਸ਼ਨ ਮਿਨਿਸਟਰ ਸੀ ਉਦੋਂ ਚਾਲੂ ਕੀਤਾ ਗਿਆ। ਇਸ ਦੇ ਲਈ ਜਿਹੜੀ ਮੈਡੀਕਲ ਇੰਸ਼ੋਰੈਂਸ ਸੀ ਉਹ ਖਰੀਦਣੀ ਪੈਂਦੀ ਹੈ। ਮੈਡੀਕਲ ਇੰਸ਼ੋਰੈਂਸ ਹੁਣ ਲੰਪਸਮ ਪੈਸੇ ਦੇ ਕੇ ਖਰੀਦੀ ਜਾਏ ਜਾਂ ਕਿਸ਼ਤਾਂ ਦਿੱਤੀ ਜਾਏ। ਔਰ ਅਚਾਨਕ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇਸ ਦੇ ਵਿੱਚ ਤਬਦੀਲੀਆਂ ਕਰ ਦਿੱਤੀਆਂ ਤੇ ਕੋਈ ਅਲਰਟ ਨਾ ਕੀਤਾ। ਸੋ ਮਿਨਿਸਟਰ ਨੇ ਜੁਲਾਈ 4 ਨੂੰ ਯਕਦਮ ਇਹ ਪਾਲਿਸੀ ਜਿਹੜੀ ਆ ਇਹ ਲਾਗੂ ਕਰਤੀ ਤੇ ਉਹ IRCC ਦੀ ਵੈਬਸਾਈਟ ਤੇ ਵੀ ਪ੍ਰੋਨਾਉਂਸ ਕਰਤੀ। ਸੋ ਵੈਸੇ ਜੇਕਰ ਆਪਾਂ IRCC ਦੇ ਪੁਆਇੰਟ ਆਫ ਵਿਊ ਤੋਂ ਸੋਚਦੇ ਹਾਂ, ਇਟ ਇਜ਼ ਕਰੈਕਟ ਕਿ ਜਿਹੜੀ ਇੰਸ਼ੋਰੈਂਸ ਪਾਲਿਸੀ ਆ ਉਹ ਕੰਪਲੀਟਲੀ ਪੇ ਆਫ ਹੋਈ ਵੀ ਹੈ ਤੇ ਉਹ ਲਾਗੂ ਆ, ਉਹ ਅਪਲਾਈ। ਉਹਨਾਂ ਦੇ ਬਿਮਾਰ ਹੋਣ ਦੀ ਸੂਰਤ ਦੇ ਵਿੱਚ ਦੂਸਰੇ ਬੱਚੇ ਨੇ ਜਦੋਂ ਹਸਪਤਾਲ ਦਾਖਲ ਕਰਵਾਉਣਾ ਤਾਂ ਉਹਦਾ ਬਿੱਲ ਜਿਹੜਾ ਦੂਸਰੇ ਬੱਚੇ ਨੂੰ ਪੇ ਕਰਨਾ ਪੈਣਾ, ਕਿਉਂਕਿ ਪਹਿਲੇ ਨੇ ਇੰਸਟਾਲਮੈਂਟ ਬੰਦ ਕਰਾ ਕੇ ਇੰਸ਼ੋਰੈਂਸ ਕੈਂਸਲ ਕਰਾਤੀ ਸੀ ਜੀ। ਕਿਉਂ ਨਹੀਂ ਸੀ ਚਾਹੁੰਦਾ ਕਿ ਤੁਸੀਂ ਦੂਜੇ ਬੱਚੇ ਕੋਲੇ ਜਾਓ। ਮਾਪੇ ਕਹਿੰਦੇ ਕਿ ਅਸੀਂ ਜ਼ਰੂਰ ਉਹਨੂੰ ਮਿਲਣਾ ਚਾਹੁੰਦੇ ਹਾਂ। ਉਹ ਉੱਥੋਂ ਆ ਗਏ ਸੀ। ਸੋ ਇਸ ਸਿਚੁਏਸ਼ਨ ਦੇ ਵਿੱਚ ਫਿਰ ਜ਼ਿੰਮੇਵਾਰੀ ਜਿਹੜੀ ਆ ਦੂਸਰੇ ਬੱਚੇ ਦੀ ਬਣਦੀ, ਉਹਨੂੰ ਫਿਰ ਦੁਬਾਰਾ ਲੈਣੀ ਪਏਗੀ ਇੰਸ਼ੋਰੈਂਸ। ਤੁਸੀਂ ਸ਼ਾਮਿਲ ਹੋ ਦ ਹਰਜਿੰਦਰ ਥਿੰਦ ਸ਼ੋਅ ਵਿੱਚ। ਸੁਪਰ ਵੀਜ਼ਾ ਜਦੋਂ ਜੇਸਨ ਕੈਨੀ ਹੋਰੀ ਇਮੀਗ੍ਰੇਸ਼ਨ ਮਿਨਿਸਟਰ ਸੀ ਉਦੋਂ ਚਾਲੂ ਕੀਤਾ ਗਿਆ। ਇਸ ਦੇ ਲਈ ਜਿਹੜੀ ਮੈਡੀਕਲ ਇੰਸ਼ੋਰੈਂਸ ਸੀ ਉਹ ਖਰੀਦਣੀ ਪੈਂਦੀ ਹੈ। ਮੈਡੀਕਲ ਇੰਸ਼ੋਰੈਂਸ ਹੁਣ ਲੰਪਸਮ ਪੈਸੇ ਦੇ ਕੇ ਖਰੀਦੀ ਜਾਏ ਜਾਂ ਕਿਸ਼ਤਾਂ ਦਿੱਤੀ ਜਾਏ। ਹੁਣ ਜਿਹੜੇ ਘੱਟ ਆਮਦਨ ਵਾਲੇ ਲੋਕ ਨੇ ਜਾਂ ਦਰਮਿਆਨੇ ਦਰਜੇ ਦੇ ਲੋਕ ਨੇ, ਉਹਨਾਂ 'ਚੋਂ ਕਈਆਂ ਨੇ ਇਹ ਚੂਜ਼ ਕੀਤਾ ਕਿ ਉਹ ਇਹਦੀ ਕਿਸ਼ਤਾਂ ਦੇ ਵਿੱਚ ਅਦਾਇਗੀ ਕਰਨਗੇ। ਔਰ ਅਚਾਨਕ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਇਸ ਦੇ ਵਿੱਚ ਤਬਦੀਲੀਆਂ ਕਰ ਦਿੱਤੀਆਂ ਤੇ ਕੋਈ ਅਲਰਟ ਨਾ ਕੀਤਾ। ਨਤੀਜੇ ਦੇ ਤੌਰ 'ਤੇ ਜਿਹੜੇ ਲੋਕ ਕਿਸ਼ਤਾਂ ਦੇ ਵਿੱਚ ਪੇ ਕਰਦੇ ਸੀ ਉਹਨਾਂ ਨੇ ਪਹਿਲਾਂ ਵਾਂਗ ਹੀ ਐਪਲੀਕੇਸ਼ਨ ਦੇ ਦਿੱਤੀ, ਲੇਕਿਨ ਉਹਨਾਂ ਦੀਆਂ ਐਪਲੀਕੇਸ਼ਨਸ ਰੱਦ ਹੋ ਗਈਆਂ। ਹੋਇਆ ਕੀ, ਪੂਰੀ ਕਹਾਣੀ ਕੀ ਹੈ? ਅੱਜ ਸਾਡੇ ਨਾਲ ਰਾਜਵੀਰ ਢਿੱਲੋਂ, ਜਿਹੜੇ ਕਿ ਪੇਸ਼ੇ ਦੇ ਤੌਰ 'ਤੇ ਇਮੀਗ੍ਰੇਸ਼ਨ ਦੇ ਵਕੀਲ ਨੇ, ਸਰੀ 'ਚ ਪ੍ਰੈਕਟਿਸ ਕਰਦੇ ਨੇ, ਉਹ ਸਾਨੂੰ ਦੱਸਣਗੇ ਤੇ ਹੁਣ ਕੀ ਕੀਤਾ ਜਾ ਸਕਦਾ ਹੈ। ਔਰ ਇੱਕ ਹੋਰ ਸਿਚੁਏਸ਼ਨ ਪੈਦਾ ਹੋ ਗਈ ਆ ਕਿ ਕਈ ਵਾਰੀ ਜਿਹੜੇ ਮਾਪੇ ਆਉਂਦੇ ਆ ਉਹਨਾਂ ਦੇ 2 ਪੁੱਤਰ ਜਾਂ 2 ਧੀਆਂ ਜਾਂ 1 ਪੁੱਤਰ 1 ਧੀ ਹੁੰਦੇ ਆ। ਭੂਗੋਲਿਕ ਤੌਰ ਦੇ ਉੱਤੇ ਉਹ ਵੱਖਰੇ ਵੱਖਰੇ ਇਲਾਕਿਆਂ 'ਚ ਰਹਿੰਦੇ ਆ। ਇੱਕ ਫਰਜ਼ ਕਰੋ ontario 'ਚ ਰਹਿ ਰਿਹਾ, ਟੋਰਾਂਟੋ, ਇੱਕ ਰਹਿ ਰਿਹਾ ਵੈਨਕੂਵਰ। ਸੋ ਉਸ ਸਿਚੁਏਸ਼ਨ ਦੇ ਵਿੱਚ ਫਿਰ ਕੀ ਹੁੰਦਾ, ਕੀ ਕਨਫਲਿਕਟਸ ਨੇ, ਕੀ ਸਿਚੁਏਸ਼ਨ ਪੈਦਾ ਹੋ ਸਕਦੀ ਆ। ਸੋ ਆਪਸ ਵਿੱਚ ਹੀ ਕਈ ਵਾਰੀ ਭੈਣਾਂ ਭਰਾਵਾਂ ਦੀ ਬਣਦੀ ਨਹੀਂ, ਮਾਪੇ ਜਿਹੜੇ ਨੇ ਉਹ ਦੋਨਾਂ ਦੇ ਉਹੀ ਮਾਪੇ ਨੇ। ਸੋ ਇਸ ਤਰ੍ਹਾਂ ਦੀਆਂ ਕਈ ਕੰਪਲੀਕੇਸ਼ਨ ਵੀ ਵੀਜ਼ਾ ਸੁਪਰ ਵੀਜ਼ਾ ਦੇ ਵਿੱਚ ਆ ਰਹੀਆਂ ਨੇ। ਉਸ ਦੇ ਬਾਰੇ ਵੀ ਉਹ ਦੱਸਣਗੇ ਕਿ ਉਹਨਾਂ ਦੀ ਲੀਗਲ ਓਪੀਨੀਅਨ ਕੀ ਹੈ। ਵਕੀਲ ਸਾਹਿਬ ਜੀ, ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ। ਮਿਸਟਰ ਥਿੰਦ, ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਹ ਜਿਹੜਾ ਟਾਂਟਾ ਖੜਾ ਹੋਇਆ ਸੁਪਰ ਵੀਜ਼ੇ ਦੀ ਮੈਡੀਕਲ ਇੰਸ਼ੋਰੈਂਸ ਦਾ, ਇਹ ਕਿਵੇਂ ਹੋਇਆ ਤੇ ਹੁਣ ਤੁਹਾਨੂੰ ਕਿਵੇਂ ਪਤਾ ਲੱਗਿਆ? ਫਿਰ ਉਸ ਤੋਂ ਬਾਅਦ ਹੁਣ ਇਹਦਾ ਇਲਾਜ ਕੀ ਕੱਢਿਆ? ਥਿੰਦ ਸਾਹਿਬ, ਸਾਰਿਆਂ ਤੋਂ ਪਹਿਲਾਂ ਮੈਂ ਐਪਰੀਸ਼ੀਏਟ ਕਰਦਾ ਕਿ ਸਾਡਾ ਜਿਹੜਾ 4th ਪਿਲਰ ਆ ਮੀਡੀਆ, ਸਪੈਸ਼ਲੀ ਤੁਹਾਡਾ ਆਫਿਸ, ਇਟ ਇਜ਼ ਸਟਿਲਥਲੀ ਐਕਟਿਵ। ਸੋ ਮੈਨੂੰ ਤੁਹਾਡੇ ਆਫਿਸ ਤੋਂ ਪਤਾ ਲੱਗਿਆ ਤੇ ਜਦੋਂ ਮੈਂ ਸਰਚ ਕੀਤੀ, ਇਟ ਵਾਜ਼ ਅ ਹਿਊਜ ਇਸ਼ੂ। ਅਸਲ 'ਚ ਕੀ ਹੋਇਆ, ਮਿਨਿਸਟਰ ਆਫ ਇਮੀਗ੍ਰੇਸ਼ਨ ਨੇ ਰੀਸੈਂਟਲੀ ਜੁਲਾਈ 4 ਨੂੰ ਕੁਝ ਤਬਦੀਲੀਆਂ ਕੀਤੀਆਂ ਸੁਪਰ ਵੀਜ਼ਾ ਪ੍ਰੋਗਰਾਮ ਦੇ ਵਿੱਚ, ਜਿਹਦੇ 'ਚੋਂ ਇੱਕ ਤਬਦੀਲੀ ਇਸ ਤਰ੍ਹਾਂ ਦੀ ਸੀ ਕਿ ਉਹਦਾ ਇਹਨਾਂ ਨੇ ਪਹਿਲਾਂ ਕੋਈ ਨਿਊਜ਼ ਦੇ ਵਿੱਚ ਅਲਰਟ ਨਹੀਂ ਜਾਰੀ ਕੀਤਾ। ਜਿਹੜੀ ਸੀਗੀ ਸੁਪਰ ਵੀਜ਼ਾ ਇੰਸ਼ੋਰੈਂਸ ਪਾਲਿਸੀ ਦੀ ਪੇਮੈਂਟ ਦੀ, ਪ੍ਰੀਮੀਅਮ ਦੀ ਪੇਮੈਂਟ ਦੀ। ਸੋ ਮਿਨਿਸਟਰ ਨੇ ਜੁਲਾਈ 4 ਨੂੰ ਯਕਦਮ ਇਹ ਪਾਲਿਸੀ ਜਿਹੜੀ ਆ ਇਹ ਲਾਗੂ ਕਰਤੀ ਤੇ ਉਹ IRCC ਦੀ ਵੈਬਸਾਈਟ ਤੇ ਵੀ ਪ੍ਰੋਨਾਉਂਸ ਕਰਤੀ। ਜਿੰਨੇ ਸਾਡੇ ਪ੍ਰੋਫੈਸ਼ਨਲ ਜਾਂ ਐਪਲੀਕੇਸ਼ਨ ਕਰਨ ਵਾਲੇ ਲੋਕ ਸੀਗੇ, ਉਹਨਾਂ ਨੇ ਜਿਵੇਂ ਰੂਟੀਨ ਦੇ ਵਿੱਚ ਪਹਿਲਾਂ ਐਪਲੀਕੇਸ਼ਨ ਕਰਦੇ ਸੀ, ਉਸੇ ਤਰੀਕੇ ਐਪਲੀਕੇਸ਼ਨਸ ਕੀਤੀਆਂ। ਜਦੋਂ ਉਹਨਾਂ ਨੇ ਉਸੇ ਤਰੀਕੇ ਐਪਲੀਕੇਸ਼ਨ ਕੀਤੀਆਂ, ਕਿਉਂਕਿ ਪਹਿਲਾਂ IRCC ਇਮੀਗ੍ਰੇਸ਼ਨ ਮੈਡੀਕਲ ਇੰਸ਼ੋਰੈਂਸ ਪ੍ਰੀਮੀਅਮ ਦੀ ਇੰਸਟਾਲਮੈਂਟ ਪੇਮੈਂਟ ਐਕਸੈਪਟ ਕਰਦੀ ਸੀ। ਸੋ ਲੋਕਾਂ ਲਈ ਸੌਖਾ ਵੀ ਹੁੰਦਾ ਸੀ ਕਿ ਉਹ ਮੰਥਲੀ ਉਹਦੀ ਪੇਮੈਂਟ ਕਰੀ ਜਾਂਦੇ ਆਪਣੀ ਪਾਕਟ ਦੇ ਵਿੱਚੋਂ, ਕ੍ਰੈਡਿਟ ਕਾਰਡ ਦੇ ਥਰੂ। ਪਰ ਜਦੋਂ ਜੁਲਾਈ 4 ਨੂੰ ਉਹਨਾਂ ਨੇ ਇਹਦੀ ਪ੍ਰੀਮੀਅਮ ਪੇਮੈਂਟ ਦਾ ਕਰਤਾ ਕਿ ਇਹ ਫੁੱਲ ਪੇਮੈਂਟ ਹੋਣੀ ਚਾਹੀਦੀ ਹੈ। ਇਟ ਸ਼ੁੱਡ ਬੀ ਪੇਡ ਇਨ ਫੁੱਲ, ਨੋ ਇੰਸਟਾਲਮੈਂਟਸ, ਨੋ ਕੋਰਟਸ, ਨਥਿੰਗ। ਸੋ ਜੁਲਾਈ 4 ਤੋਂ ਬਾਅਦ ਜਿਹੜੀਆਂ ਇਮੀਗ੍ਰੇਸ਼ਨ ਆਫਿਸਰਸ ਦੇ ਸਾਹਮਣੇ ਇੱਦਾਂ ਦੀਆਂ ਪਾਲਿਸੀਜ਼ ਗਈਆਂ ਐਪਲੀਕੇਸ਼ਨਸ ਦੇ ਵਿੱਚ, ਸੋ ਉਹਨਾਂ ਨੇ ਉਹ ਰਿਫਿਊਜ਼ ਕਰਤੀਆਂ। ਇਹ ਕਹਿੰਦੇ ਹੋਏ ਕਿ ਇਹਦੀ ਜਿਹੜੀ ਇੰਸ਼ੋਰੈਂਸ ਪ੍ਰੀਮੀਅਮ ਪਾਲਿਸੀ, ਇੰਸ਼ੋਰੈਂਸ ਪ੍ਰੀਮੀਅਮ ਹੈਗਾ, ਉਹ ਪੇ ਨਹੀਂ ਕੀਤਾ ਹੋਇਆ, ਇਨਕੰਪਲੀਟ।
So ਵੈਸੇ IRCC was correct, but they should have given a alert at least ਤਾਂ ਕਿ professionals ਨੂੰ ਪਤਾ ਹੋਵੇ ਕਿ ਆਹ announcement ਆਉਣ ਵਾਲੀ ਆ। ਸੋ ਵੈਸੇ ਜੇਕਰ ਆਪਾਂ IRCC ਦੇ ਪੁਆਇੰਟ ਆਫ ਵਿਊ ਤੋਂ ਸੋਚਦੇ ਹਾਂ, ਇਟ ਇਜ਼ ਕਰੈਕਟ ਕਿ ਜਿਹੜੀ ਇੰਸ਼ੋਰੈਂਸ ਪਾਲਿਸੀ ਆ ਉਹ ਕੰਪਲੀਟਲੀ ਪੇ ਆਫ ਹੋਈ ਵੀ ਹੈ ਤੇ ਉਹ ਲਾਗੂ ਆ, ਉਹ ਅਪਲੀਕੇਬਲ ਆ। ਸਮ ਟਾਈਮ ਜੇਕਰ ਪਾਲਿਸੀ ਦੀ ਪ੍ਰੀਮੀਅਮ ਨਾ ਪੇ ਆਫ ਹੋਈ ਹੋਵੇ, ਦੈਨ ਜਿਹੜਾ ਸੁਪਰ ਵੀਜ਼ੇ ਦਾ ਐਪਲੀਕੈਂਟ ਹੈਗਾ, ਸੁਪਰ ਵੀਜ਼ਾ ਹੋਲਡਰ ਆ, ਉਹ ਬਿਮਾਰ ਹੋ ਜਾਵੇ, ਦੈਨ ਹੀ ਵਿਲ ਬੀ ਅ ਬਰਡਨ ਔਨ ਪਬਲਿਕ ਹੈਲਥ ਕੇਅਰ ਸਿਸਟਮ। ਸੋ ਉਹ ਆਪਣੇ ਤੌਰ ਤੇ ਰਾਈਟ ਨੇ, ਪਰ ਜਿਹੜਾ ਉਹਨਾਂ ਨੇ ਅਲਰਟ ਨਾ ਜਾਰੀ ਕੀਤਾ ਹੋਣ ਕਰਕੇ ਜਿਹੜੀਆਂ ਪ੍ਰੋਫੈਸ਼ਨਲਸ ਨੇ ਜਾਂ ਐਪਲੀਕੈਂਟਸ ਨੇ ਉਸੇ ਤਰ੍ਹਾਂ ਜਿਵੇਂ ਪਹਿਲਾਂ ਐਪਲੀਕੇਸ਼ਨ ਕਰਦੇ ਸੀ ਕੀਤੀਆਂ, ਉਹਨਾਂ ਦੀਆਂ ਰਿਫਿਊਜ਼ਲਸ ਆਈਆਂ ਜੁਲਾਈ 4 ਤੋਂ ਬਾਅਦ। ਸੋ ਹੁਣ ਉਹਨਾਂ ਨੂੰ ਫੁੱਲ ਪੇਮੈਂਟ ਕਰਨੀ ਪੈਣੀ ਹੈ। ਹੁਣ ਉਹਨਾਂ ਨੂੰ ਫੁੱਲ ਪੇਮੈਂਟ ਕਰਨੀ ਪੈਣੀ ਐਡਵਾਂਸ ਦੇ ਵਿੱਚ, ਭਾਵੇਂ ਇੰਡੀਆ 'ਚ ਕਰ ਦੇਣ ਭਾਵੇਂ ਇੱਥੋਂ ਕਰ ਦੇਣ। ਹਾਂਜੀ, ਕਿਤੋਂ ਵੀ ਕਰ ਸਕਦੇ ਆ, ਪਰ ਰਾਈਟ ਨਾਓ ਇਹਦੇ 'ਚ ਇੱਕ ਹੋਰ ਜਿਹੜੀ ਹੈਗੀ ਆ ਉਹਨਾਂ ਨੇ ਅਨਾਊਂਸਮੈਂਟ ਕਰਨੀ ਆ। ਸੁਪਰ ਵੀਜ਼ਾ ਇੰਸ਼ੋਰੈਂਸ ਪਹਿਲਾਂ ਕੀ ਸੀ ਕਿ ਕੈਨੇਡੀਅਨ ਇੰਸ਼ੋਰੈਂਸ ਪ੍ਰੋਵਾਈਡਰ ਹੀ ਦੇ ਸਕਦੇ ਸੀ, ਉਹਨਾਂ ਤੋਂ ਹੀ ਪਾਲਿਸੀ ਪਰਚੇਜ਼ ਹੋ ਸਕਦੀ ਸੀ। ਹੁਣ ਉਹਨਾਂ ਨੇ ਕਰਤਾ ਵੀ ਇੰਡੀਆ ਵਾਲੇ ਵੀ ਕਰ ਸਕਦੇ। ਹੁਣ ਉਹਨਾਂ ਨੇ ਕਰਤਾ ਕਿ ਅਸੀਂ ਡੈਜ਼ਿਗਨੇਟ ਕਰਾਂਗੇ ਕਿ ਇੰਟਰਨੈਸ਼ਨਲ ਇੰਸ਼ੋਰੈਂਸ ਪ੍ਰੋਵਾਈਡਰ ਵੀ ਇਸ਼ੂ ਕਰ ਸਕਦੇ ਆ ਪਾਲਿਸੀ, ਪਰ ਹਾਲੇ ਤੱਕ ਉਹਨਾਂ ਨੇ ਡੈਜ਼ਿਗਨੇਟ ਨਹੀਂ ਕੀਤੇ। IRCC ਨੇ ਹਾਲੇ ਇਹ ਡੈਜ਼ਿਗਨੇਸ਼ਨ ਡਾਊਨ ਦੀ ਰੋਡ ਰੱਖੀ ਹੋਈ ਆ। ਉਹ ਅਨਾਊਂਸ ਕਰਨਗੇ ਕਿਹੜੇ ਇੰਸ਼ੋਰੈਂਸ ਪ੍ਰੋਵਾਈਡਰਸ ਦੀ, ਇੰਟਰਨੈਸ਼ਨਲ ਇੰਸ਼ੋਰੈਂਸ ਪ੍ਰੋਵਾਈਡਰਸ ਦੀ ਇੰਸ਼ੋਰੈਂਸ ਪਾਲਿਸੀ ਪਰਚੇਜ਼ ਕੀਤੀ ਜਾ ਸਕਦੀ ਆ। ਅੱਛਾ ਜੀ, ਦੂਜਾ ਸਵਾਲ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀ ਵੀ ਜੇ ਭੂਗੋਲਿਕ ਤੌਰ ਤੇ ਦੋ ਬੱਚੇ ਰਹਿੰਦੇ ਕਿਸੇ ਮਾਪਿਆਂ ਦੇ ਇੱਥੇ ਦੂਰ ਰਹਿੰਦੇ ਆ ਜੀ, ਜਿਸ ਤਰ੍ਹਾਂ ਮੈਂ ਮਿਸਾਲ ਦੇ ਰਿਹਾ ਸਾਂ, ਇੱਕ ਫਰਜ਼ ਕਰੋ ਅਲਬਰਟਾ 'ਚ ਰਹਿੰਦਾ, ਦੂਸਰਾ ਅੰਟੈਰੀਓ ਜਾਂ BC 'ਚ ਰਹਿੰਦਾ, ਜੀ, ਜਦੋਂ ਉਹਨਾਂ ਦੇ ਮਾਪਿਆਂ ਨੇ ਇੱਥੇ ਆਉਣਾ ਹੁੰਦਾ, ਜੀ, ਉਹਨਾਂ ਬੱਚਿਆਂ ਦੀ ਕਈਆਂ ਦੀ ਆਪਸ ਵਿੱਚ ਹੀ ਬਣਦੀ ਨਹੀਂ, ਜੀ, ਕਈ ਤਾਂ ਆਪਣੀ ਟਾਕਿੰਗ ਟਰਮਸ ਤੇ ਵੀ ਹੈ ਨਹੀਂਗੇ। ਯੂ ਆਰ ਰਾਈਟ। ਫਿਰ ਉਸ ਸਿਚੁਏਸ਼ਨ ਦੇ ਵਿੱਚ ਕੀ ਹੁੰਦਾ? ਇਹ ਪਿਛਲੀ ਵਾਰੀ ਦੇਖਿਆ ਗਿਆ ਅੱਗੇ ਇੱਕ ਵਾਰ, ਜਿਹੜਾ ਮੇਰੇ ਵੀ ਨੋਟਿਸ ਦੇ ਵਿੱਚ ਆਇਆ ਕਪਲ ਆਫ ਈਅਰਸ ਬਿਫੋਰ, ਕਿ ਸੁਪਰ ਵੀਜ਼ਾ ਐਪਲੀਕੈਂਟ, ਉਹਨਾਂ ਨੂੰ ਵੀਜ਼ਾ ਲੱਗ ਗਿਆ, ਉਹਨਾਂ ਨੇ ਇੱਕ ਸ਼ਹਿਰ ਦੇ ਵਿੱਚ ਆਪਣਾ ਲੈਂਡ ਕੀਤਾ, ਇੱਕ ਆਪਣੇ ਬੱਚੇ ਕੋਲ ਆਏ, ਉਹ ਮੰਥਲੀ ਇੰਸਟਾਲਮੈਂਟਸ ਪੇ ਕਰਦਾ ਸੀ। ਸੋ ਜਦੋਂ ਉਹ ਆਪਣੇ ਦੂਸਰੇ ਬੱਚੇ ਕੋਲ ਆਏ, ਜਿਹੜਾ ਪਹਿਲਾ ਸੀਗਾ, ਉਹਨੇ ਆਪਣੀਆਂ ਮੰਥਲੀ ਇੰਸਟਾਲਮੈਂਟ ਦੇਣੀਆਂ ਬੰਦ ਕਰਤੀਆਂ। ਸੋ ਪਾਲਿਸੀ ਇਜ਼ ਨਾਟ ਐਕਟਿਵ। ਸੋ ਫਰੋਮ ਦੈਟ ਪੁਆਇੰਟ ਆਫ ਵਿਊ IRCC ਇਜ਼ ਕਰੈਕਟ ਕਿ ਪਾਲਿਸੀ ਜਿਹੜੀ ਆ ਇਟ ਸ਼ੁੱਡ ਬੀ ਪੇਡ ਇਨ ਫੁੱਲ, ਇਟ ਸ਼ੁੱਡ ਬੀ ਐਕਟਿਵ। ਸੋ ਉਹਨਾਂ ਦੇ ਬਿਮਾਰ ਹੋਣ ਦੀ ਸੂਰਤ ਦੇ ਵਿੱਚ ਦੂਸਰੇ ਬੱਚੇ ਨੇ ਜਦੋਂ ਹਸਪਤਾਲ ਦਾਖਲ ਕਰਵਾਉਣਾ ਤਾਂ ਉਹਦਾ ਬਿੱਲ ਜਿਹੜਾ ਦੂਸਰੇ ਬੱਚੇ ਨੂੰ ਪੇ ਕਰਨਾ ਪੈਣਾ, ਕਿਉਂਕਿ ਪਹਿਲੇ ਨੇ ਇੰਸਟਾਲਮੈਂਟ ਬੰਦ ਕਰਾ ਕੇ ਇੰਸ਼ੋਰੈਂਸ ਕੈਂਸਲ ਕਰਾਤੀ ਸੀ। ਜੀ, ਕਿਉਂ ਨਹੀਂ ਸੀ ਚਾਹੁੰਦਾ ਕਿ ਤੁਸੀਂ ਦੂਜੇ ਬੱਚੇ ਕੋਲੇ ਜਾਓ? ਮਾਪੇ ਕਹਿੰਦੇ ਕਿ ਅਸੀਂ ਜ਼ਰੂਰ ਉਹਨੂੰ ਮਿਲਣਾ ਚਾਹੁੰਦੇ ਹਾਂ। ਹਾਂਜੀ, ਉਹ ਉੱਥੋਂ ਆ ਗਏ ਸੀ। ਜੀ। ਸੋ ਇਸ ਸਿਚੁਏਸ਼ਨ ਦੇ ਵਿੱਚ ਫਿਰ ਜ਼ਿੰਮੇਵਾਰੀ ਜਿਹੜੀ ਆ ਦੂਸਰੇ ਬੱਚੇ ਦੀ ਬਣਦੀ, ਉਹਨੂੰ ਫਿਰ ਦੁਬਾਰਾ ਲੈਣੀ ਪਏਗੀ ਇੰਸ਼ੋਰੈਂਸ। ਐਕਚੁਅਲੀ ਉਹਨਾਂ ਨੇ ਫਿਰ ਦੁਬਾਰਾ ਐਕਟਿਵ ਕਰਾਈ, ਉਹਦੀ ਪੇਮੈਂਟ ਕਰਨੀ ਸ਼ੁਰੂ ਕੀਤੀ, ਦੈਨ ਪਾਲਿਸੀ ਦੁਬਾਰਾ ਐਕਟਿਵ ਹੋ ਗਈ। ਪਰ ਹੁਣ ਇਹ ਇਸ਼ੂ ਚੱਕਿਆ ਜਾਊਗਾ। ਬਿਲਕੁਲ, ਹੁਣ ਇਹ ਇਸ਼ੂ ਚੱਕਿਆ ਜਾਊ। ਜਦੋਂ ਵੀ ਇੰਸ਼ੋਰੈਂਸ ਪਾਲਿਸੀ ਪਰਚੇਜ਼ ਕਰਨੀ ਆ, ਇਟ ਸ਼ੁੱਡ ਬੀ ਪਰਚੇਜ਼ਡ ਇਨ ਫੁੱਲ। ਉਸ ਤੋਂ ਬਾਅਦ ਮਾਪੇ ਜੇ ਦੂਜੇ ਬੱਚੇ ਕੋਲ ਚਲੇ ਵੀ ਜਾਂਦੇ ਨੇ ਤਾਂ ਉਹ ਪਾਲਿਸੀ ਕੈਂਸਲ ਨਹੀਂ ਹੋ ਸਕਦੀ। ਪਾਲਿਸੀ ਕੈਂਸਲ ਨਹੀਂ ਹੋ ਸਕਦੀ, ਪਰ ਇੱਕ ਗੱਲ ਹੈਗੀ ਹੈ ਕਿ ਪਾਲਿਸੀ ਇਜ਼ ਜਸਟ ਫॉर 1 ਈਅਰ। ਰਾਈਟ ਨਾਓ ਮਿਨਿਸਟਰ ਨੇ ਕੀ ਕੀਤਾ, ਉਹਨਾਂ ਨੇ 5 ਈਅਰ ਦੀ ਐਂਟਰੀ ਦਿੱਤੀ ਆ ਕਿ ਜਿਹੜਾ ਸੁਪਰ ਵੀਜ਼ੇ ਤੇ ਪਰਸਨ ਇੱਥੇ ਆਉਂਦਾ ਉਹ 5 ਸਾਲ ਰਹਿ ਸਕਦਾ ਵਿਦਆਊਟ ਲੀਵਿੰਗ। 5 + 2 years ਐਕਸਟੈਂਸ਼ਨ। ਹਾਂਜੀ, ਜੇਕਰ ਉਹਨਾਂ ਨੇ 5 ਸਾਲ ਬਾਅਦ ਦੁਬਾਰਾ ਵੀ ਐਕਸਟੈਂਸ਼ਨ ਲੈਣੀ ਆ, ਉਹ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਹੀ 2 ਸਾਲ ਦੀ ਹੋਰ ਐਕਸਟੈਂਸ਼ਨ ਲੈ ਸਕਦੇ ਆ। ਮੀਨਸ ਇਨ ਕੰਟੀਨਿਊ ਦੇ ਕੈਨ ਸਟੇ ਹੇਅਰ ਅਪ ਅੰਟਿਲ 7 years। ਸੋ ਇਹ ਜਿਹੜੇ ਸੁਪਰ ਵੀਜ਼ਾ ਹੋਲਡਰ ਨੇ, ਉਹਨਾਂ ਦੀ ਤੇ ਉਹਨਾਂ ਨੂੰ ਸੱਦਣ ਵਾਲਿਆਂ ਦੀ ਰਿਸਪੌਂਸਿਬਿਲਿਟੀ ਹੈ ਕਿ ਉਹ ਈਚ ਈਅਰ ਆਪਣੀ ਇੰਸ਼ੋਰੈਂਸ ਪਾਲਿਸੀ ਰੀਨਿਊ ਕਰਨ, ਕਿਉਂਕਿ 1 ਸਾਲ ਦੀ ਇੰਸ਼ੋਰੈਂਸ ਪਾਲਿਸੀ ਹੁੰਦੀ ਹੈ ਇਹ। ਅੱਛਾ, ਜੇ ਹੁਣ ਇਸ ਕੇਸ ਦੇ ਵਿੱਚ ਜਿਹੜਾ ਪਹਿਲਾ ਬੱਚੇ ਨੇ ਆਪਣੀ 1 ਸਾਲ ਦੀ ਦੇਤੀ ਸੀ ਉਹ ਪੂਰੀ ਹੋ ਗਈ ਆ, ਮਾਪੇ ਹਾਲੇ ਵੀ ਦੂਸਰੇ ਬੱਚੇ ਕੋਲ ਰਹਿ ਰਹੇ ਆ, ਫਿਰ ਦੂਜਾ ਬੱਚਾ ਖਰੀਦ ਸਕਦਾ? ਹਾਂਜੀ, ਦੂਜਾ ਬੱਚਾ ਖਰੀਦ ਸਕਦਾ ਜਾਂ ਮਾਪੇ ਆਪ ਵੀ ਖਰੀਦ ਸਕਦੇ ਆ। ਅੱਛਾ, ਹਾਂਜੀ, ਇਹ ਜ਼ਰੂਰੀ ਨਹੀਂ ਵੀ ਜਿਹੜਾ ਸਪਾਂਸਰ ਸੀ ਉਹੀ ਖਰੀਦ ਸਕਦਾ? ਨਹੀਂ, ਇਹ ਜ਼ਰੂਰੀ ਨਹੀਂ, ਮਾਪੇ ਆਪ ਵੀ ਖਰੀਦ ਸਕਦੇ ਆ ਜੀ। ਜੀ, ਹੋਰ ਕੋਈ ਨਵੀਂ ਤਬਦੀਲੀ ਤਾਂ ਨਹੀਂ ਆ ਰਹੀ?
ਸੋ ਫਾਰ ਹਾਲੇ ਉਹਨਾਂ ਨੇ ਡੈਜ਼ਿਗਨੇਟ ਕਰਨਾ ਕਿ ਕਿਹੜੇ ਇੰਟਰਨੈਸ਼ਨਲ ਪਲੇਅਰ ਇਹਦੇ ਵਿੱਚ ਹੋਣਗੇ, ਆਪਣੀ ਇਸ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ, ਇੰਸ਼ੋਰੈਂਸ ਕੰਪਨੀਆਂ ਕਿਹੜੀਆਂ ਹੋਣਗੀਆਂ। ਹਾਲੇ ਤੱਕ ਇਹਨਾਂ ਨੇ 2 ਹੀ ਜਿਹੜੀਆਂ ਅਨਾਉਂਸ ਕੀਤੀਆਂ ਨੇ, ਇੱਕ ਕਿ ਜਿਹੜਾ ਪਾਲਿਸੀ ਜਿਹੜਾ ਐਂਟਰੀ ਆ ਇਟ ਵਿਲ ਬੀ ਫॉर 5 + 2 ਇਅਰਸ, ਤੇ ਜਿਹੜੇ ਇੰਟਰਨੈਸ਼ਨਲ ਇੰਸ਼ੋਰੈਂਸ ਪ੍ਰੋਵਾਈਡਰਸ ਆ ਉਹ ਵੀ ਇੰਸ਼ੋਰੈਂਸ ਪਾਲਿਸੀ ਦੇ ਸਕਦੇ ਆ, ਤਾਂ ਕਿ ਇੰਸ਼ੋਰੈਂਸ ਪਾਲਿਸੀ ਜਿਹੜੀ ਹੈਗੀ ਆ ਇਹ ਫੀਲਡ ਇਹਦੇ ਵਿੱਚ ਥੋੜ੍ਹਾ ਕੰਪੀਟੀਸ਼ਨ ਹੋਵੇ। ਇਹ ਤਾਂ ਹੈਗੀ ਆ ਉਹਨਾਂ ਪੇਰੈਂਟਸ ਲਈ ਜਿਹੜੇ ਸੁਪਰ ਵੀਜ਼ੇ 'ਤੇ ਆਉਂਦੇ ਆ। ਜੀ, ਕਈ ਵਿਦਿਆਰਥੀ ਇੱਥੇ ਆਏ ਹੋਏ ਆ ਔਰ ਉਹਨਾਂ ਦੇ ਮਾਪੇ ਉਹਨਾਂ ਨੂੰ ਮਿਲਣਾ ਚਾਹੁੰਦੇ ਆ, ਔਰ ਉਹ ਵੀ ਚਾਹੁੰਦੇ ਆ ਕਿ ਸਾਡੇ ਮਾਪੇ ਸਾਨੂੰ ਵਿਜ਼ਿਟ ਕਰ ਸਕਣ, ਦੇਖ ਸਕਣ ਕਿ ਅਸੀਂ ਇੱਥੇ ਕਿੱਥੇ ਪੜ੍ਹਦੇ ਹਾਂ। ਜਿਹੜੇ ਉਹ ਮਾਪੇ ਆਉਂਦੇ ਆ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਬਾਰੇ ਕੀ? ਵੈਸੇ ਜਿਹੜੇ ਉਹਨਾਂ ਦੇ ਮਾਪੇ ਹੈਗੇ ਆ, ਬਿਕੋਜ਼ ਦੇ ਆਰ ਟੈਂਪਰੇਰੀ ਰੈਜ਼ੀਡੈਂਟਸ। ਜਿਹੜੇ ਸੁਪਰ ਵੀਜ਼ਾ ਪਾਲਿਸੀ ਆ ਇਹ ਇਕੱਲੇ ਸਿਟੀਜ਼ਨਸ ਤੇ ਪਰਮਾਨੈਂਟ ਰੈਜ਼ੀਡੈਂਟ ਲੋਕਾਂ ਦੇ ਪੇਰੈਂਟਸ ਦੇ ਲਈ ਹੋਈ ਆ। ਬਿਲਕੁਲ। ਸੋ ਜਿਹੜੇ ਬੱਚੇ ਸਟੂਡੈਂਟ ਆ ਜਾਂ ਜਿਹੜੇ ਇੱਥੇ ਵਰਕ ਪਰਮਿਟ ਤੇ ਆਏ ਹੋਏ ਆ, ਉਹਨਾਂ ਲਈ ਵੀਜ਼ਾ ਪ੍ਰੋਗਰਾਮ ਜਿਹੜਾ ਰੈਗੂਲਰ ਆ ਉਹੀ ਆ ਉਹਨਾਂ ਦੇ ਪੇਰੈਂਟਸ ਦੇ ਲਈ। ਦੇ ਕੈਨ ਅਪਲਾਈ, ਦੇ ਕੈਨ ਕਮ ਇਨ ਐਂਡ ਲਿਵ ਹੇਅਰ ਫॉर 6 months, ਪਰ ਉਹਨਾਂ ਨੂੰ ਆਪਣੀ ਪਾਲਿਸੀ ਜ਼ਰੂਰ ਲੈਣੀ ਬਣਦੀ ਆ ਵਿਦਆਊਟ ਜਿਹੜੀ ਹੈਗੀ ਆ ਮੈਡੀਕਲ ਇੰਸ਼ੋਰੈਂਸ ਪਾਲਿਸੀ ਉਹਨਾਂ ਨੂੰ ਰਹਿਣਾ ਨਹੀਂ ਚਾਹੀਦਾ। ਓਕੇ, ਲੈਟ ਮੀ ਰੀਫਰੇਮ ਮਾਈ ਕੁਐਸਚਨ। ਹਾਂਜੀ। ਇੱਥੇ ਇੱਕ ਵਿਦਿਆਰਥੀ ਰਹਿ ਰਿਹਾ ਜੀ ਉਹ ਆਪਣੇ ਬੱਚਿਆਂ ਨੂੰ ਮੰਗਵਾਉਣਾ ਚਾਹੁੰਦਾ, ਜੀ ਉਹਨੇ ਕਾਗਜ਼ ਪੱਤਰ ਭੇਜਤੇ। ਜੀ ਜਦੋਂ ਉਹਨਾਂ ਦੇ ਮਾਪਿਆਂ ਨੂੰ ਉੱਥੋਂ ਇੰਡੀਆ ਤੋਂ ਵੀਜ਼ਾ ਮਿਲਣਾ, ਕੀ ਉਹਨਾਂ ਨੂੰ ਆਪਣੀ ਮੈਡੀਕਲ ਲੈਣੀ ਜ਼ਰੂਰੀ ਆ, ਕਿਸ਼ਤਾਂ 'ਚ ਲੈਣੀ ਆ ਜਾਂ ਲੰਪਸਮ ਦੇ ਕੇ ਲੈਣੀ ਆ, ਜਾਂ ਕਿ ਜ਼ਰੂਰੀ ਨਹੀਂ? ਵੈਸੇ ਮੈਂ ਕਹੂੰਗਾ ਜੀ ਇਹ ਜ਼ਰੂਰੀ ਆ, ਕਿਉਂਕਿ ਤੁਸੀਂ ਕਹੋਗੇ। ਹਾਂਜੀ। ਇਮੀਗ੍ਰੇਸ਼ਨ ਡਿਪਾਰਟਮੈਂਟ ਕੀ ਕਹਿੰਦਾ? ਇਮੀਗ੍ਰੇਸ਼ਨ ਡਿਪਾਰਟਮੈਂਟ ਇਹਦੇ ਬਾਰੇ ਸਪੈਸੀਫਿਕਲੀ ਕੁਛ ਨਹੀਂ ਕਹਿੰਦਾ। ਉਹ ਆਈ ਹਾਂਜੀ, ਪਰ ਫਿਰ ਵੀ ਦ ਕੰਸਰਨ ਲੈ ਲੈਣੀ ਚਾਹੀਦੀ, ਲੈ ਲੈਣੀ ਚਾਹੀਦੀ ਹੈ। ਤੁਹਾਡੀ ਇਹ ਨਸੀਹਤ ਹੈ। ਜੀ ਪਰ ਬਿਲਕੁਲ ਜੀ, ਕਾਨੂੰਨੀ, ਕਿਉਂਕਿ ਸੁਪਰ ਵੀਜ਼ਾ ਦੇ ਵਿੱਚ ਤਾਂ ਤੁਹਾਨੂੰ ਆਉਣ ਹੀ ਨਹੀਂ ਨਾ ਦਿੰਦੇ ਉਹ। ਬਿਲਕੁਲ ਜੀ। ਪਰ ਜਿਹੜਾ ਵਿਜ਼ਿਟਰ ਵੀਜ਼ਾ ਵਿਦਿਆਰਥੀ ਦੇ ਮਾਪੇ ਆ ਰਹੇ ਨੇ ਮਿਲਣ ਗਿਲਣ ਲਈ, ਜੀ ਉਹਦੇ ਤੇ ਲਾਜ਼ਮੀ ਨਹੀਂ ਹੈ। ਉਹ ਤੇ ਲਾਜ਼ਮੀ ਨਹੀਂ ਆ, ਪਰ ਇਹ ਲੈ ਲੈਣੀ ਚਾਹੀਦੀ ਆ। ਹਾਂਜੀ, ਉੱਥੋਂ ਹੀ ਲੈ ਲੈਣੀ ਚਾਹੀਦੀ ਆ ਜਦੋਂ ਤੁਰਨਾ, ਜਾਂ ਕਿ ਇੱਥੇ ਆ ਕੇ ਲੈਣੀ ਚਾਹੀਦੀ ਹੈ? ਮੇਰਾ ਖਿਆਲ ਆ ਕਿ ਉੱਥੋਂ ਹੀ ਲੈ ਲੈਣੀ ਚਾਹੀਦੀ ਹੈ, ਤਾਂ ਕਿ ਉੱਥੋਂ ਹੀ ਉਹਨਾਂ ਦੀ ਜਿਹੜੀ ਕਵਰੇਜ ਆ ਉਹ ਸ਼ੁਰੂ ਹੋ ਜਾਵੇ। ਹਾਂਜੀ। ਹੋਰ ਕੋਈ ਨਵੀਂ ਤਬਦੀਲੀਆਂ? ਸੋ ਫਾਰ ਮੇਰਾ ਖਿਆਲ ਆ ਵੀ ਤੁਸੀਂ ਸਾਨੂੰ ਦੱਸਦੇ ਹੁੰਦੇ ਥਿੰਨ ਸਾਹਿਬ। ਥੈਂਕ ਯੂ ਸੋ ਮਚ ਫਾਰ ਬੀਇੰਗ ਔਨ 에ਅਰਲਾਈਨ। ਰਾਜਵੀਰ ਢਿੱਲੋਂ ਜੀ, ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਟੈਲੀਫੋਨ ਨੰਬਰ ਕੀ ਹੈ ਜੀ? ਹਾਂਜੀ, ਮੇਰਾ ਟੈਲੀਫੋਨ ਹੈਗਾ ਜੀ 6045921112, 604 592 1112। ਥੈਂਕ ਯੂ, ਬਹੁਤ Thank ਬਹੁਤ you so much. ਮਿਹਰਬਾਨੀ, ਸ਼ੁਕਰੀਆ ਜੀ। ਧੰਨਵਾਦ ਜੀ।